हमारा देश डेमोक्रेटिक है तो यहाँ पर हर किसी को अपने राइट्स के लिए फाइट करने का अधिकार होना चाहिए, बराबर अधिकार सबको मिलना चाहिए। रबर गैस के गोले चलाना आंसू, ये तो ह्यूमन राइट्स की वायलेशन है, ये गलत है। ये हम बच्चों को पढ़ाते हैं इंडिया इज अ डेमोक्रेटिक कंट्री, इट इज अ डेमोक्रेटिक स्टेट, तो हम वो चीज ग्राउंड रियलिटी में अगर नहीं लेके आ पा रहे तो दैट इज ऑफ नो यूज। ਇੰਡੀਆ ਦੀ ਇਕਨੋਮੀ ਕਿਵੇਂ ਦੀ ਇਕਨੋਮੀ ਹੈ ਜਿਹੜੀ ਐਗਰੀਕਲਚਰ ਬੇਸਡ ਇਕਨੋਮੀ ਹੈ। ਇੱਕ ਟਾਈਮ ਸੀ ਜਦੋਂ ਐਗਰੀਕਲਚਰ ਦੀ ਜਿਹੜੀ ਕੰਟਰੀਬਿਊਸ਼ਨ ਸੀ ਬਹੁਤ ਜ਼ਿਆਦਾ ਸੀ ਜੀਡੀਪੀ ਦੇ ਵਿੱਚ, ਅੱਜ ਘਟੀ ਹੈ ਕੰਟਰੀਬਿਊਸ਼ਨ ਕਿਉਂਕਿ ਸਰਵਿਸ ਸੈਕਟਰ ਦੀ ਇਨਕਰੀਜ਼ ਹੋਈ ਹੈ। 2020 ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਫਾਰਮਰ ਦੀ ਜਿਹੜੀ ਇਨਕਮ ਨੂੰ ਅਸੀਂ ਡਬਲ ਕਰਾਂਗੇ, ਉਹ ਸਟਿਲ ਹਜੇ ਡਬਲ ਨਹੀਂ ਹੋ ਸਕੀ ਹੈਗੀ। ਫਿਰ ਗਵਰਨਮੈਂਟ ਨੇ ਉਸ ਤੋਂ ਬਾਅਦ ਵੀ ਇਹ ਕਿਹਾ ਸੀ ਕਿ ਜਿਵੇਂ ਆਉਣ ਵਾਲੇ ਸਮੇਂ 'ਚ ਜੋ ਲਾਸਟ ਰਿਵੋਲਟ ਹੋਇਆ ਸੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਐਮਐਸਪੀ ਕਰਾਂਗੇ। ਜੋ ਕਮਿਟਮੈਂਟ ਕੀਤੀਆਂ ਗਈਆਂ ਸੀ ਉਹ ਕੋਈ ਵੀ ਫੁੱਲਫਿਲ ਨਹੀਂ ਕੀਤੀ ਹੈਗੀ ਇਹਨਾਂ ਨੇ ਹੁਣ ਤੱਕ। ਕਿਸਾਨਾਂ ਦੀ ਧੀ ਪ੍ਰੋਫੈਸਰ ਬਣ ਗਈ ਤੇ ਅੱਜ ਕਿਸਾਨਾਂ ਦਾ ਜਦੋਂ ਵਿਪਤਾ ਪਈ ਹੈ, ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਵੀ ਆਏ ਹੋ, ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ? ਇਹਨਾਂ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਨੇ, ਅਸੀਂ ਇਹਨਾਂ ਦੇ ਨਾਲ ਹੀ ਖੜੇ ਹੋਏ ਹਾਂ ਤੇ ਜਾਗੇ ਹੋਏ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਆਪਣੇ ਹੱਕਾਂ ਲਈ ਲੜਨਾ। ਜੇ ਪ੍ਰਾਈਵੇਟ ਪਲੇਅਰਸ ਐਂਟਰ ਕਰਨਗੇ ਫਿਰ ਕੀ ਹੋਏਗਾ? ਉਹ ਆਪਣੀ ਮਨਮਰਜ਼ੀ ਦੇ ਪ੍ਰਾਈਸ ਰੱਖਣਗੇ, ਉਹੀ ਪ੍ਰਾਈਸ ਕਿਹਨੂੰ ਪੇ ਕਰਨਾ ਪਏਗਾ? ਜ਼ਿਆਦਾ ਪ੍ਰਾਈਸ ਸਾਨੂੰ ਪੇ ਕਰਨਾ ਪਏਗਾ। ਤਾਂ ਅਲਟੀਮੇਟ ਨੁਕਸਾਨ ਇਸ ਚੀਜ਼ ਦਾ ਸਾਨੂੰ ਹੋਏਗਾ। ਫਾਇਦਾ ਕਿਸਾਨ ਨੂੰ ਘੱਟ ਹੈ, ਨੁਕਸਾਨ ਆਮ ਆਦਮੀ ਨੂੰ ਜ਼ਿਆਦਾ ਹੈ। ਸ਼ੰਭੂ ਬੈਰੀਅਰ ਪੰਜਾਬ ਭਰ ਤੋਂ ਲੋਕ ਪਹੁੰਚ ਰਹੇ, ਖਾਸ ਕਰਕੇ ਪ੍ਰੋਫੈਸਰ ਪਹੁੰਚੇ ਨੇ, ਪੜ੍ਹਿਆ ਲਿਖਿਆ ਵਰਗ ਪਹੁੰਚ ਰਿਹਾ ਹੈ ਕਿਸਾਨਾਂ ਦੀ ਉਸ ਮੰਗਾਂ ਨੂੰ ਸਮਝਣ ਦੇ ਲਈ, ਹਾਲਾਤ ਦੇਖਣ ਦੇ ਲਈ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਤੁਸੀਂ ਕੀ ਪੜ੍ਹਾਉਂਦੇ ਹੋ? ਮੈਂ ਇਕਨੋਮਿਕਸ ਪੜ੍ਹਾਉਂਦੀ ਹਾਂ ਜੀਜੀਡੀਐਸਟੀ ਕਾਲਜ ਦੇ ਵਿੱਚ। ਤੇ ਕਿਵੇਂ ਲੱਗਦਾ, ਕਿਉਂਕਿ ਐਮਐਸਪੀ ਦੀ ਗੱਲ ਹੈ, ਕਿਸਾਨ ਕਹਿੰਦਾ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲੇ ਸਾਡੀ ਫਸਲ ਦਾ, ਤੁਹਾਨੂੰ ਲੱਗਦਾ ਕਿ ਦੇਸ਼ ਦੀ ਇਕਨੋਮੀ ਉਹਦੇ ਨਾਲ ਹਿਲ ਜੂਗੀ? ਇੰਨੀ ਮੁਸ਼ਕਿਲ ਚੀਜ਼ ਹੈ ਜਿਸ ਤੋਂ ਸਰਕਾਰ ਇਹਨਾਂ ਪੈਰ ਪਿੱਛੇ ਖਿੱਚ ਰਹੀ? ਨਹੀਂ, ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ। ਇੱਕ ਪਾਸੇ ਤਾਂ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਇਕਨੋਮੀ ਨੂੰ 5 ਟ੍ਰਿਲੀਅਨ ਇਕਨੋਮੀ ਬਣਾਉਣਾ ਹੈ, ਦੂਜੇ ਪਾਸੇ ਇੰਡੀਆ ਦੀ ਇਕਨੋਮੀ ਕਿਵੇਂ ਦੀ ਇਕਨੋਮੀ ਹੈ ਜਿਹੜੀ ਐਗਰੀਕਲਚਰ ਬੇਸਡ ਇਕਨੋਮੀ ਹੈ। ਇੱਕ ਟਾਈਮ ਸੀ ਜਦੋਂ ਐਗਰੀਕਲਚਰ ਦੀ ਜਿਹੜੀ ਕੰਟਰੀਬਿਊਸ਼ਨ ਸੀ ਬਹੁਤ ਜ਼ਿਆਦਾ ਸੀ ਜੀਡੀਪੀ ਦੇ ਵਿੱਚ, ਅੱਜ ਘਟੀ ਹੈ ਕੰਟਰੀਬਿਊਸ਼ਨ ਕਿਉਂਕਿ ਸਰਵਿਸ ਸੈਕਟਰ ਦੀ ਇਨਕਰੀਜ਼ ਹੋਈ ਹੈ। ਬਟ ਇਸ ਦਾ ਮਤਲਬ ਇਹ ਨਹੀਂ ਹੈ ਕਿ ਐਗਰੀਕਲਚਰ ਦੇ ਉੱਤੇ ਅਸੀਂ ਫਰਦਰ ਇੰਪਰੂਵਮੈਂਟ ਨਾ ਕੋਈ ਵੀ ਕਰੀਏ। ਫਾਰਮਰ ਦੀ ਅਗਰ ਜਿਵੇਂ ਗਵਰਨਮੈਂਟ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਅਸੀਂ 2020 ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਫਾਰਮਰ ਦੀ ਜਿਹੜੀ ਇਨਕਮ ਨੂੰ ਅਸੀਂ ਡਬਲ ਕਰਾਂਗੇ, ਉਹ ਸਟਿਲ ਹਜੇ ਡਬਲ ਨਹੀਂ ਹੋ ਸਕੀ ਹੈਗੀ। ਫਿਰ ਗਵਰਨਮੈਂਟ ਨੇ ਉਸ ਤੋਂ ਬਾਅਦ ਵੀ ਇਹ ਕਿਹਾ ਸੀ ਕਿ ਜਿਵੇਂ ਆਉਣ ਵਾਲੇ ਸਮੇਂ 'ਚ ਜੋ ਲਾਸਟ ਰਿਵੋਲਟ ਹੋਇਆ ਸੀ ਉਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਐਮਐਸਪੀ ਕਰਾਂਗੇ। ਜੋ ਕਮਿਟਮੈਂਟ ਕੀਤੀਆਂ ਗਈਆਂ ਸੀ ਉਹ ਕੋਈ ਵੀ ਫੁੱਲਫਿਲ ਨਹੀਂ ਕੀਤੀ ਹੈਗੀ ਇਹਨਾਂ ਨੇ ਹੁਣ ਤੱਕ। ਐਮਐਸਪੀ ਜ਼ਰੂਰੀ ਹੈ ਕਿਉਂਕਿ ਨੀਅਰ ਅਬਾਊਟ 70 to 75 ਕਰੋੜ, 1000 ਕਰੋੜ ਦਾ ਅਸੀਂ ਬਾਹਰੋਂ ਇੰਪੋਰਟ ਕਰਦੇ ਹਾਂ ਪਲਸਿਸ ਦੇ ਕੇਸ ਦੇ ਵਿੱਚ। ਅਗਰ ਉਹ ਆਪਣੇ ਦੇਸ਼ ਦੇ ਵਿੱਚ ਹੀ ਪ੍ਰੋਡਿਊਸ ਕੀਤਾ ਜਾਵੇ ਤਾਂ ਫਾਰਮਰ ਦੀ ਇਨਕਮ ਵਧੇਗੀ। ਤਾਂ ਜ਼ਰੂਰੀ ਹੈ ਇਹ ਚੀਜ਼ਾਂ ਇਕਨੋਮੀ ਦੇ ਪੁਆਇੰਟ ਆਫ ਵਿਊ ਤੋਂ। ਔਰ ਫਾਰਮਰ ਦੀ ਅਗਰ ਇਨਕਮ ਦੇ ਵਿੱਚ ਅਸੀਂ ਵਾਧਾ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਫਾਰਮਰ ਵੀ ਹੈਪੀ ਹੋਵੇ, ਤਾਂ ਉਸ ਦੇ ਲਈ ਗਵਰਨਮੈਂਟ ਨੂੰ ਹੀ ਐਫਰਟ ਕਰਨੇ ਪੈਣੇ ਆ। ਤਾਂ ਇਹ ਕੋਈ ਇਹ ਨਹੀਂ ਹੈ ਕਿ ਪ੍ਰਾਈਵੇਟ ਸੈਕਟਰ ਦੀ ਇਨਵੋਲਵਮੈਂਟ ਵਧਾ ਕੇ ਇੱਥੇ ਇਸ ਨੂੰ ਪੁਸ਼ ਅਪ ਕੀਤਾ ਜਾ ਸਕਦਾ, ਇਸ ਨੂੰ ਵਧਾਇਆ ਜਾ ਸਕਦਾ ਹੈ। ਤਾਂ ਪਬਲਿਕ ਸੈਕਟਰ ਦੀ ਇਨਵੋਲਵਮੈਂਟ ਜ਼ਿਆਦਾ ਹੋਣੀ ਚਾਹੀਦੀ ਹੈ ਇੱਥੇ। ਬਿਲਕੁਲ, ਤੁਸੀਂ ਪ੍ਰੋਫੈਸਰ ਸਾਹਿਬ ਇੰਗਲਿਸ਼ ਪੜ੍ਹਾਉਂਦੇ ਹੋ, ਤੁਹਾਡੇ ਤੱਕ ਉਹ ਤਸਵੀਰਾਂ ਪਹੁੰਚੀਆਂ ਕਿਉਂਕਿ ਆਪਾਂ ਵੋਟ ਕਰਦੇ ਹਾਂ, ਡੈਮੋਕ੍ਰੇਸੀ 'ਚ ਰਹਿੰਦੇ ਹਾਂ। ਤੁਹਾਨੂੰ ਲੱਗਦਾ ਕਿ ਡੈਮੋਕ੍ਰੇਸੀ 'ਚ ਇਹੋ ਜਿਹੀਆਂ ਤਸਵੀਰਾਂ, ਅਥਰੂ ਗੈਸ ਦੇ ਗੋਲੇ, ਸਾਰੀਆਂ ਚੀਜ਼ਾਂ कितना ਇਹਨੂੰ जस्टिफाई करती हैं? नहीं, ये चीज़ बिल्कुल भी जस्टिफाइड नहीं है। इसलिए आज हम लोग सब यहाँ पर इन लोगों को सपोर्ट करने आए हैं कि अगर हमारा देश डेमोक्रेटिक है तो यहाँ पर हर किसी को अपने राइट्स के लिए फाइट करने का अधिकार होना चाहिए, बराबर अधिकार सबको मिलना चाहिए। रबर गैस के गोले चलाना आंसू, ये तो ह्यूमन राइट्स की वायलेशन है, ये गलत है। और इस तरह से आप एक शक्तिशाली, जो हमने जैसे हमारे यहाँ बहुत सोशल थिंकर्स हुए हैं, अब्दुल कलाम जी हुए हैं, वो चाहते हैं कि हमारी कंट्री 2020 में एक डेवलप्ड कंट्री की तरह सामने आए। तो ये इस तरह से अगर हम अपने आम किसान भाइयों का सपोर्ट नहीं करेंगे तो ये चीज़ कैसे हम इसको हासिल नहीं कर सकते। तो हमें सबको इन लोगों का सपोर्ट करना चाहिए। आपको कैसे दिख रहा है कि कैसे देख रहे हैं आप कि अपना देश किधर जा रहा है इस टाइम? देखिए, हमारा कोई पॉलिटिकल एजेंडा नहीं है यहाँ आने का, तो हम कोई ऐसी पॉलिटिकल स्टेटमेंट नहीं देना चाहते। पर जो ह्यूमन वैल्यूज़ की अगर जहाँ तक बात की जाए और जो चीज़ फेयर है वो यहाँ पर वायलेट होती साफ दिखाई देती है। उस चीज़ को हमें नहीं, एज एजुकेटेड, अगर जो लोग पढ़े लिखे हैं, जो हम अपने बच्चों को कॉलेजेस में पढ़ा रहे हैं, यूनिवर्सिटीज़ में पढ़ा रहे हैं, अगर हम उसको ग्राउंड रियलिटी में लाकर नहीं कर पा रहे तो फिर उस पढ़ाई लिखाई का क्या फ़ायदा है?
कि हम बच्चों को पढ़ाते हैं इंडिया इज अ डेमोक्रेटिक कंट्री, इट इज अ डेमोक्रेटिक स्टेट, तो हम वो चीज़ ग्राउंड रियलिटी में अगर नहीं लेके आ पा रहे तो दैट इज ऑफ नो यूज। ਪ੍ਰੋਫੈਸਰ ਤੁਸੀਂ ਵੀ ਕਮਰਸ ਪੜਾਉਂਦੇ ਹੋ, ਕੀ ਚੀਜ਼ਾਂ ਸਮਝ ਪਾਏ ਹੋ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕੀ ਚੀਜ਼ਾਂ ਗਲਤ ਨੇ? ਮੈਨੂੰ ਲੱਗ ਰਿਹਾ ਹੈ ਵੀ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈ, ਬਲਕਿ ਇਹ ਲੜਾਈ ਇੱਕ ਆਮ ਆਦਮੀ ਦੀ ਹੈ। ਇਸ 'ਚ ਕੋਈ ਕਿਸਾਨ ਦਾ ਫਾਇਦਾ ਨਹੀਂ ਹੈ। ਅਗਰ ਕਿਸਾਨ ਜੋ ਵੀ ਆਪਣੀ ਮੰਗਾਂ ਰੱਖ ਰਿਹਾ ਹੈ ਉਹ ਕਿਸਾਨ ਨੂੰ ਤਾਂ ਮਿਲੇਗਾ ਹੀ ਮਿਲੇਗਾ, ਪਰ ਹਰ ਇੱਕ ਆਦਮੀ ਨੂੰ ਦਾ ਫਾਇਦਾ ਮਿਲੇਗਾ। ਐਮਐਸਪੀ ਦਾ ਮਤਲਬ ਇਹ ਨਹੀਂ ਹੈ ਵੀ ਕਿਸਾਨ ਨੂੰ ਪੂਰਾ ਪ੍ਰਾਈਸ ਮਿਲ ਜਾਏਗਾ। ਜਿਹੜੇ ਲੋਕਾਂ ਨੇ ਅੱਗੇ ਆਪਣੀ ਜ਼ਰੂਰਤਾਂ ਪੂਰੀ ਕਰਨ ਲਈ ਆਹ ਚੀਜ਼ਾਂ ਖਰੀਦਣੀਆਂ, ਉਹਨਾਂ ਨੂੰ ਉਹ ਜਸਟੀਫਾਈਡ ਪ੍ਰਾਈਸ ਮਿਲੇਗਾ ਜੇ ਉਹਨਾਂ ਦੀ ਆਹ ਮੰਗ ਪੂਰੀ ਹੋਏਗੀ। ਅਗਰ ਕਿਉਂਕਿ ਤਾਂ ਹੀ ਮੈਂ ਕਹਿ ਰਹੀ ਹਾਂ ਕਿਸਾਨ ਦੀ ਲੜਾਈ ਨਹੀਂ ਹੈ, ਇੱਕ ਹਰ ਆਦਮੀ ਦੀ ਲੜਾਈ ਹੈ ਔਰ ਹਰ ਆਦਮੀ ਨੂੰ ਇਹਨੂੰ ਸਪੋਰਟ ਕਰਨਾ ਚਾਹੀਦਾ ਹੈ। ਇਹ ਨਹੀਂ ਦੇਖਣਾ ਚਾਹੀਦਾ ਵੀ ਕਿਹੜੀ ਗਵਰਨਮੈਂਟ ਹੈ, ਇਹ ਦੇਖਣਾ ਚਾਹੀਦਾ ਵੀ ਕੀ ਚੀਜ਼ ਰਾਈਟ ਹੈ ਔਰ ਉਹੀ ਰਾਈਟ ਨੂੰ ਅਸੀਂ ਸਪੋਰਟ ਕਰਨ ਇੱਥੇ ਆਏ। ਲੱਗਦਾ ਕਿ ਕੁਝ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਫਾਇਦਾ ਦੇਣ ਦੇ ਲਈ ਇੰਨੀ ਵੱਡੀ ਜਨਤਾ, ਬਹੁਤ ਵੱਡੀ ਜਨਸੰਖਿਆ ਕਿਸਾਨਾਂ ਦੀ, ਉਹਨਾਂ ਨਾਲ ਧੋਖਾ ਹੋ ਰਿਹਾ ਕਿ ਕਿਤਨਾ, ਥੋੜਾ ਜਿਹਾ ਅੱਗੇ ਆ ਜਾਓ, ਕਿਤਨਾ ਕਿਤੇ ਉਹਨਾਂ ਨਾਲ ਧੋਖਾ ਹੋ ਰਿਹਾ। ਦੇਖੋ ਮੈਂ ਤਾਂ ਹੀ ਕਹਿ ਰਹੀ ਹਾਂ ਵੀ ਆਮ ਆਦਮੀ ਦੀ ਲੜਾਈ ਹੈ। ਕਿਉਂਕਿ ਜੇ ਪ੍ਰਾਈਵੇਟ ਪਲੇਅਰਸ ਐਂਟਰ ਕਰਨਗੇ ਫਿਰ ਕੀ ਹੋਏਗਾ? ਉਹ ਆਪਣੀ ਮਨਮਰਜ਼ੀ ਦੇ ਪ੍ਰਾਈਸ ਰੱਖਣਗੇ, ਉਹੀ ਪ੍ਰਾਈਸ ਕਿਹਨੂੰ ਪੇ ਕਰਨਾ ਪਏਗਾ? ਜ਼ਿਆਦਾ ਪ੍ਰਾਈਸ ਸਾਨੂੰ ਪੇ ਕਰਨਾ ਪਏਗਾ। ਤਾਂ ਅਲਟੀਮੇਟ ਨੁਕਸਾਨ ਇਸ ਚੀਜ਼ ਦਾ ਸਾਨੂੰ ਹੋਏਗਾ। ਫਾਇਦਾ ਕਿਸਾਨ ਨੂੰ ਘੱਟ ਹੈ, ਨੁਕਸਾਨ ਆਮ ਆਦਮੀ ਨੂੰ ਜ਼ਿਆਦਾ ਹੈ। ਇਹ ਚੀਜ਼ ਆਮ ਆਦਮੀ ਨੂੰ ਸਮਝ ਲੈਣੀ ਚਾਹੀਦੀ ਹੈ, ਠੀਕ ਗੱਲ ਕਿ ਨਹੀਂ? हाँ जी बिल्कुल जी, साढ़े देश 46% इंडियन पॉपुलेशन एग्रीकल्चर विच एंगेज्ड है। तो डिसगाइज्ड अनएम्प्लॉयमेंट एग्रीकल्चर सेक्टर में ऑलरेडी एग्जिस्ट करती है और गवर्नमेंट को हर आदमी को हक है अपना पीसफुली प्रोटेस्ट करने का, अपनी बात सरकार तक पहुंचाने का। तो फ्रीडम ऑफ स्पीच इनका वायलेट नहीं किया जाना चाहिए। इनको प्रोटेस्ट का राइट है, वो कॉन्स्टिट्यूशनल राइट इनको मिलना चाहिए, बिल्कुल मिलना चाहिए। ਪ੍ਰੋਫੈਸਰ ਸਾਹਿਬ ਤੁਸੀਂ ਥੋੜਾ ਇੱਧਰ ਆ ਜਾਓ, ਲਾਈਟ ਠੀਕ ਹੋ ਜਾਏਗੀ। ਤੁਸੀਂ ਕਿਸਾਨ ਪਰਿਵਾਰ ਚੋਂ, ਕਿਸਾਨਾਂ ਦੀ ਧੀ ਪ੍ਰੋਫੈਸਰ ਬਣ ਗਈ ਤੇ ਅੱਜ ਕਿਸਾਨਾਂ ਦਾ ਜਦੋਂ ਵਿਪਤਾ ਪਈ ਹੈ, ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਵੀ ਆਏ ਹੋ, ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੁਝ ਚੇਂਜ ਆਉਂਦਾ ਵੱਡਾ, ਉਹਦੇ ਲਈ ਰਿਵੋਲਟ ਹੁੰਦੇ ਹੀ ਨੇ। ਤੇ ਮੈਨੂੰ ਠੀਕ ਲੱਗ ਰਿਹਾ ਵੀ ਹੋ ਰਿਹਾ ਐਵੇਂ, ਹੈ ਨਾ। ਤੇ ਇਹਨਾਂ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਨੇ। ਅਸੀਂ ਇਹਨਾਂ ਦੇ ਨਾਲ ਹੀ ਖੜੇ ਹੋਏ ਆ, ਹੈ ਨਾ। ਤੇ ਜਾਗੇ ਹੋਏ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਆਪਣੇ ਹੱਕਾਂ ਲਈ ਲੜਨਾ। ਧੰਨਵਾਦ। ਬਿਲਕੁਲ ਇਹ ਜਾਗਦੇ ਲੋਕ ਨੇ ਤੇ ਜਾਗਦੇ ਲੋਕਾਂ ਦੀ ਸਪੋਰਟ ਦੇ ਵਿੱਚ ਵੀ ਜਾਗਦੇ ਲੋਕ ਆ ਰਹੇ ਨੇ। ਪ੍ਰੋਫੈਸਰ ਨੇ ਜਿਨ੍ਹਾਂ ਨੇ ਮੁਲਕ ਬਣਾਉਣਾ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਭਵਿੱਖ ਹੈ ਤੇ ਚਿੰਤਤ ਨੇ ਭਵਿੱਖ ਨੂੰ ਲੈ ਕੇ। ਆਪਣੇ ਸਹਿਯੋਗੀ ਰਵੀ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।